जी प्यारे विद्यार्थियों, पंजाब स्टेट एजुकेशन बोर्ड की 8वीं जमात की अंग्रेजी की किताब माई इंग्लिश कंपेनियन उसका लैसन नंबर 9 चार्ज फॉर लव उसकी एक्टिविटी नंबर 2 जिसका सिरलेख है पोस्ट रीडिंग। कुछ प्रैपोजिशनल फ्रेजिज है ने उन्होंने मतलब जानांगे ते नाल एग्जांपल्स जानांगे। सो नोटबुक ते पेन ले लो, वीडियोस पॉज करके सारे आंसर्स नोट डाउन कर लो ते कंठ करके बिना देखे आप लिखण का बोलण का अभ्यास जरूर करो। सो शुरू करिए। ਅੱਗੇ ਵਧਣ ਤੋਂ ਪਹਿਲੇ ਦੱਸ ਦਵਾਂ ਇसी ਚੈਨਲ ਦੇ ਉੱਤੇ 8ਵੀਂ ਜਮਾਤ ਦੀਆਂ 3 ਪਲੇਲਿਸਟ ਹੋ ਰਹੀਆਂ। ਇੱਕ ਹੈਗੀ 8th ਸਾਇੰਸ, ਦੂਜੀ 8th ਮੈਥ ਤੇ ਤੀਜੀ 8th ਮੈਥ ਨੋਟਸ। ਸੋ ਇੰਗਲਿਸ਼ ਦੇ ਨਾਲ ਨਾਲ ਦੇ ਨਾਲ ਨਾਲ ਤੁਸੀਂ ਮੈਥ ਔਰ ਸਾਇੰਸ ਨੂੰ ਵੀ ਉਨੀ ਹੀ ਤਵੱਜੋ ਦਿਓ। ਸੋ ਇਹਦਾ ਕੀ ਹੈ ਐਕਟੀਵਿਟੀ ਦਾ ਜੋ ਰਿਕੁਆਇਰਮੈਂਟ ਕੀ ਹੈਗੀ ਹੈ, ਰਾਈਟ ਦੀ ਮੀਨਿੰਗ ਆਫ ਦੀ ਫੋਲੋਇੰਗ ਫਰੇਜ਼ਲ ਵਰਬਸ। ਇਹ ਫਰੇਜ਼ਲ ਵਰਬਸ ਹੈਗੀਆਂ ਬੱਚੋ, ਹਰ ਇੱਕ ਵਰਬ ਦੇ ਨਾਲ ਇੱਕ ਪ੍ਰੈਪੋਜੀਸ਼ਨ ਜੁੜਿਆ ਹੋਇਆ ਹੈ ਤੇ ਆਪਣੇ ਆਪ 'ਚ ਇੱਕ ਮੁਹਾਵਰਾ ਬਣ ਜਾਂਦਾ, ਠੀਕ ਹੈ। ਸੋ ਫੋਲੋਇੰਗ ਫਰੇਜ਼ਲ ਵਰਬਸ ਫਰੋਮ देयर ਕੰਟੈਕਸਟ ਇਨ ਦੀ ਗਿਵਨ ਸਪੇਸ। ਸੋ ਇਹਦਾ ਮਤਲਬ ਲਿਖਣਾ ਹੈ ਜਿਸ ਮਤਲਬ ਵਿੱਚ ਇਹ ਲੈਸਨ ਵਿੱਚ ਵਰਤਿਆ ਗਿਆ। ਸੋ ਬੱਚਿਓ ਮਤਲਬ ਤੇ ਲਿਖ ਦਿੱਤੇ ਨੇ ਨਾਲ, ਪਰ ਨਾਲ ਤੁਹਾਡਾ ਕੰਮ ਸੌਖਾ ਕਰਨ ਲਈ, ਵਧੀਆ ਕਰਨ ਲਈ ਮੈਂ ਇੱਕ ਘੱਟ ਤੋਂ ਘੱਟ ਸੈਂਟੈਂਸ ਵੀ ਬਣਾ ਦਿੱਤਾ ਹੈ। ਉਹ ਸੈਂਟੈਂਸ ਬਣਾਉਣ ਦੇ ਨਾਲ ਤੁਹਾਡਾ ਅਭਿਆਸ ਹੋਰ ਜ਼ਿਆਦਾ ਵਧੀਆ ਹੋ ਜਾਏਗਾ। ਐਕਟੀਵਿਟੀ ਵਿੱਚ ਉਹਨਾਂ ਨੇ ਸੈਂਟੈਂਸ ਬਣਾਉਣ ਲਈ ਨਹੀਂ ਕਿਹਾ, ਪਰ ਮੈਨੂੰ ਲੱਗਿਆ ਕਿ ਸੈਂਟੈਂਸ ਬਣਾਉਣ ਦੇ ਨਾਲ ਗੱਲ ਜ਼ਿਆਦਾ ਸਪਸ਼ਟ ਹੋ ਜਾਏਗੀ, ਠੀਕ ਹੈ। ਸੋ ਬੱਚੋ ਸੈਟ ਪਹਿਲਾ ਹੈਗਾ ਸੈਟ ਅਬਾਊਟ। ਸੈਟ ਅਬਾਊਟ ਦਾ ਮਤਲਬ ਹੁੰਦਾ ਸ਼ੁਰੂ ਕਰਨਾ, ਆਰੰਭ ਕਰਨਾ। ਸੋ ਇਹਨੂੰ ਇੰਗਲਿਸ਼ ਵਿੱਚ ਦੂਜੇ ਰੂਪ 'ਚ ਕਹਿ ਸਕਦੇ ਹਾਂ ਬਿਗਿਨ, ਸਟਾਰਟ, ਕਮੈਂਸ। ਇਹ ਸਾਰਿਆਂ ਦਾ ਇਹੀ ਮਤਲਬ ਹੁੰਦਾ ਸਟਾਰਟ ਕਰਨਾ। ਜਿਵੇਂ ਉਦਾਹਰਨ ਲਈ ਸੈਂਟੈਂਸ ਹੀ ਸੈਟ ਅਬਾਊਟ ਦੀ ਨਿਊ ਪ੍ਰੋਜੈਕਟ ਵਿਦ ਇੰਥੂਜ਼ੀਆਜ਼ਮ। ਇੰਥੂਜ਼ੀਆਜ਼ਮ ਹੁੰਦਾ ਹੈ ਜੋਸ਼, ਅਰਥਾਤ ਉਹਨੇ ਨਵਾਂ ਪ੍ਰੋਜੈਕਟ ਬੜੇ ਜੋਸ਼ ਦੇ ਨਾਲ ਆਰੰਭ ਕੀਤਾ। ਹੀ ਸੈਟ ਅਬਾਊਟ ਮਤਲਬ ਹੀ ਸਟਾਰਟਡ ਦੀ ਨਿਊ ਪ੍ਰੋਜੈਕਟ, he began the new project, he commenced the new project with enthusiasm, ठीक है। सो enthusiasm ਦਾ ਮਤਲਬ ਹੁੰਦਾ ਜੋਸ਼। ਦੂਜਾ ਹੈਗਾ have a way। have a way ਦਾ ਮਤਲਬ ਹੁੰਦਾ ਹੈ ਕਿਸੇ ਕੰਮ ਵਿੱਚ ਸੌਖ ਹੋਣੀ, ਕਿਸੇ ਕੰਮ ਨੂੰ ਕਰਨ ਦੀ ਜਾਚ ਹੋਣੀ, ਕਿਸੇ ਕੰਮ ਵਿੱਚ ਮੁਹਾਰਤ ਹੋਣੀ। ਜਿਹਦਾ to have the ability ਬੜੀ ਸਮਰੱਥਾ ਹੋਣੀ ਕਿਸੇ ਚੀਜ਼ ਦੀ, ਜਾਂ to be able to do something ਕਿਸੇ ਕੰਮ ਨੂੰ ਕਰਨ ਲਈ ਸਮਰੱਥ ਹੋਣਾ। ਜਾਂ ਕਿਸੇ ਕੋ ਕਹਿੰਦੇ ਕਿ ਇਹਦੇ ਕੋਲ ਤੇ ਜਾਚ ਹੈਗੀ ਹੈ, ਇਹ ਕੰਮ ਸਹਿਜੇ ਹੀ ਕਰ ਲੈਂਦਾ ਹੈ, ਇਹ ਕੰਮ ਸੌਖਾ ਹੀ ਕਰ ਲੈਂਦਾ ਹੈ। ਸੋ ਅਸੀਂ ਕਹਿੰਦੇ ਹੀ ਹੈਜ਼ ਅ ਵੇ ਆਫ ਡੂਇੰਗ ਦੈਟ। ਸੋ ਜਿੱਦਾਂ ਕਹੋਗੇ ਹੀ ਹੈਜ਼ ਅ ਵੇ ਆਫ ਡੀਲਿੰਗ ਵਿਦ ਸਟ੍ਰੇਂਜਰਸ। ਸਟ੍ਰੇਂਜਰਸ ਮੈਨੇ ਅਣਜਾਣ ਬੰਦੇ, ਡੀਲਿੰਗ ਮੈਨੇ ਗੱਲਬਾਤ ਕਰਨੀ, ਨਜਿੱਠਣਾ। ਇਹਦਾ ਮਤਲਬ ਇਹ ਹੋਇਆ ਕਿ ਉਹਨੂੰ ਅਣਜਾਣ ਬੰਦਿਆਂ ਨਾਲ ਗੱਲਬਾਤ ਕਰਨ ਦਾ, ਨਜਿੱਠਣ ਦਾ ਵੱਲ ਆਉਂਦਾ ਹੈ, ਅਰਥਾਤ ਉਹਦੇ ਕੋਲ ਇਹ ਮੁਹਾਰਤ ਹੈਗੀ ਹੈ। ਉਹ ਸੰਗਦਾ ਨਹੀਂ, ਉਹ ਕਿਸੇ ਵੀ ਅਣਜਾਣ ਬੰਦਾ ਮਿਲਦਾ ਹੈ ਉਹਨਾਂ ਬੜੀ ਛੇਤੀ ਘੁਲ ਮਿਲ ਜਾਂਦਾ ਹੈ, ਗੱਲਬਾਤ ਕਰ ਲੈਂਦਾ ਹੈ ਤੇ ਉਹਨਾਂ ਦੇ ਨਾਲ ਨੇੜਤਾ ਬਣਾ ਲੈਂਦਾ ਹੈ। ਸੋ ਹੀ ਹੈਜ਼ ਅ ਵੇ ਆਫ ਡੀਲਿੰਗ ਵਿਦ ਸਟ੍ਰੇਂਜਰਸ। ਜਾਂ ਮੈਂ ਕਹਾਂ ਹੀ ਹੈਜ਼ ਅ ਵੇ ਆਫ ਆਪਰੇਟਿੰਗ ਇਲੈਕਟ੍ਰੋਨਿਕ ਗੈਜਟਸ, ਕਿ ਉਹਨੂੰ ਇਲੈਕਟ੍ਰੋਨਿਕ ਜਿਹੜੇ ਯੰਤਰ ਨੇ ਉਹਦੀ ਬੜੀ ਜਾਣਕਾਰੀ ਹੈ, ਉਹ ਫਟਾਫਟ ਉਹਨਾਂ ਨੂੰ ਹੈਂਡਲ ਕਰ ਲੈਂਦਾ, ਉਹਦੀ ਵਰਤੋਂ ਕਰ ਲੈਂਦਾ ਹੈ, ਠੀਕ ਹੈ। ਸੋ ਲੁੱਕ ਡਾਊਨ, ਲੁੱਕ ਮੈਨੇ ਦੇਖਣਾ, ਡਾਊਨ ਮੈਨੇ ਥੱਲੇ, ਲੁੱਕ ਡਾਊਨ ਮੈਨੇ ਥੱਲੇ ਦੇਖਣਾ, ਅਰਥਾਤ to be in position giving downward view। ਕਿਸੇ ਉੱਚੀ ਥਾਂ ਤੇ ਖੜੇ ਹੋ ਕੇ, ਉੱਚੀ ਥਾਂ ਤੇ ਹੋਣਾ, ਉਸ ਪੋਜੀਸ਼ਨ 'ਚ ਹੋਣਾ ਜਿੱਥੋਂ ਤੁਹਾਨੂੰ ਕੋਈ ਥੱਲੇ ਦਾ ਦ੍ਰਿਸ਼ ਨਜ਼ਰ ਆਉਂਦਾ ਹੋਵੇ, ਠੀਕ ਹੈ। ਸੋ she looked down at the street from her balcony। ਬਾਲਕਨੀ ਹੁੰਦਾ ਹੈ ਛੱਜਾ ਜਾਂ ਬਨੇਰਾ ਜਾਂ ਬਰਾਂਡਾ, ਜਿਹੜਾ ਖਿੜਕੀ ਦੇ ਮੂਹਰੇ ਬਾਹਰ ਕੱਢਿਆ ਹੁੰਦਾ, ਬਰਾਂਡਾ ਜਾਂ ਛੋਟਾ ਬਣਿਆ ਹੁੰਦਾ ਹੈ। ਤੇ ਮਤਲਬ ਕਿ ਉਹ ਫਸਟ ਫਲੋਰ ਤੇ ਹੈਗੀ ਹੈ ਕੋਈ ਬੀਬੀ, ਫਸਟ ਫਲੋਰ ਤੇ, ਸੈਕੰਡ ਫਲੋਰ ਤੇ, ਉੱਪਰ ਛੱਤ ਤੇ। she looked down at the street from her balcony, ਅਰਥਾਤ ਉਹਨੇ ਆਪਣੀ ਬਾਲਕਨੀ ਵਿੱਚੋਂ ਥੱਲੇ ਗਲੀ ਵੱਲ ਦੇਖਿਆ, ਠੀਕ ਹੈ। ਅੱਗੇ ਚਲੀਏ। ਫਿਰ ਆ ਗਿਆ ਵਾਈਪ ਆਫ। ਵਾਈਪ ਆਫ ਦਾ ਮਤਲਬ ਹੁੰਦਾ ਹੈ ਪੂੰਝ ਕੇ ਪਰੇ ਕਰਨਾ, ਪੂੰਝ ਕੇ ਸਾਫ਼ ਕਰਨਾ, ਠੀਕ ਹੈ। ਵਾਈਪ ਮੈਨੇ ਪੂੰਝਣਾ ਤੇ ਆਫ ਮੈਨੇ ਉਹ ਜਿਹੜੀ ਚੀਜ਼ ਹੈ ਪੂੰਝ ਕੇ ਗੰਦ ਜਾਂ ਕੋਈ ਚੀਜ਼ ਡਿੱਗੀ ਹੋਈ ਉਹਨੂੰ ਪਰੇ ਕਰ ਦੇਣਾ। ਇਹਦਾ ਲਈ ਰਿਮੂਵ ਬਾਏ ਰਬਿੰਗ ਵਿਦ ਸਮਥਿੰਗ ਸੌਫਟ, ਆਮ ਤੌਰ ਤੇ ਕੱਪੜਾ ਜਾਂ ਨੈਪਕਿਨ ਜਾਂ ਕਾਗਜ਼ ਦੇ ਨਾਲ ਅਸੀਂ ਕਰਦੇ ਹਾਂ। ਤੇ ਵਾਈਪ ਆਫ ਦਾ ਦੂਜਾ ਰੂਪ ਹੋ ਗਿਆ ਵਾਈਪ ਅਵੇ ਵੀ ਹੈਗਾ, ਵਾਈਪ ਅਵੇ ਜਾਂ ਵਾਈਪ ਆਫ, ਠੀਕ ਹੈ। ਸੋ ਰਿਮੂਵ,
शी वाइप दी स्पिल्ट, स्पिल्ट मैंने डुल्ली हुई, टी चाह ऑफ दी टेबल, टेबल तो ਉਹਨੇ ਪੂੰਝ ਕੇ, ਉਹਨੇ ਡਿੱਗੀ ਹੋਈ ਚਾਹ ਨੂੰ ਪੂੰਝ ਕੇ ਸਾਫ਼ ਕੀਤਾ। ਇਹਦਾ ਮਤਲਬ ਹੈ ਉਹਨੇ ਟੇਬਲ ਤੇ ਡਿੱਗੀ ਹੋਈ ਚਾਹ ਨੂੰ ਪੂੰਝ ਕੇ ਸਾਫ਼ ਕੀਤਾ। ਸ਼ੀ ਵਾਈਪ ਦੀ ਸਪਿਲਟ ਟੀ, ਡੁੱਲੀ ਹੋਈ ਚਾਹ ਵਾਈਪ ਕਰਤੀ, ਕਿੱਥੋਂ ਹਟਾਤੀ, ਆਫ ਦੀ ਟੇਬਲ, ਟੇਬਲ ਤੇ ਜਿਹੜੀ ਚਾਹ ਡੁੱਲੀ ਹੋਈ ਸੀ ਉਹਨੇ ਉਹਨੂੰ ਪੂੰਝ ਕੇ ਸਾਫ਼ ਕਰ ਦਿੱਤਾ। ਫਿਰ ਹੈਗਾ ਰੀਚ ਇਨਟੂ, ਰੀਚ ਇਨਟੂ ਮਤਲਬ ਰਨ ਇਨਟੂ ਔਰ ਰਨ ਅਪ ਟੂ, ਮਤਲਬ ਕਿ ਕੋਈ ਚੀਜ਼ ਹੈ ਉਹ 'ਚ ਹੱਥ ਪਾ ਕੇ ਅੱਗੇ ਤੱਕ ਪਹੁੰਚਣਾ, ਉਹਦੇ ਤਲ ਤੱਕ ਪਹੁੰਚਣਾ। ਮਤਲਬ ਉਹਦੀ ਜੇਬ ਲੰਬੀ ਸੀ ਬੱਚੇ ਦੀ, ਜਿਹੜਾ ਲਿਟਲ ਬॉय, ਤੇ ਉਹਨੇ ਹੱਥ ਥੱਲੇ ਤੱਕ ਪਾਇਆ, ਕੋਈ ਬੈਗ ਹੈ ਥੱਲੇ ਤੱਕ ਪਾਇਆ। ਰੀਚ ਇਨਟੂ ਮਤਲਬ ਕਿ ਪੂਰੇ ਸਿਰੇ ਤੱਕ ਜਾ ਕੇ ਕੋਈ ਚੀਜ਼ ਫਰੋਲਣੀ, ਇਕੱਠੀ ਕਰਨੀ, ਠੀਕ ਹੈ। ਸੋ ਰਨ ਇਨਟੂ ਔਰ ਰਨ ਅਪ ਟੂ, ਅਖੀਰ ਤੱਕ ਪਹੁੰਚਣਾ ਜਾਂ ਇਧਰ ਉਧਰ ਲੱਭਣਾ, ਠੀਕ ਹੈ। ਸੋ ਇਹਦਾ ਮੈਂ ਬਣਾਇਆ ਦੀ ਜੈਂਟਲਮੈਨ, ਕੋਈ ਜੈਂਟਲਮੈਨ ਹੈਗਾ, ਇੱਕ ਭਲਾ ਪੁਰਸ਼, ਦੀ ਜੈਂਟਲਮੈਨ ਰੀਚਡ ਇਨਟੂ ਹਿਸ ਬੈਗ, ਉਹਦੇ ਕੋਲ ਬੈਗ ਹੈ ਵੱਡਾ ਸਾਰਾ, ਉਹ ਅੰਦਰ ਉਹਨੇ ਬੈਗ 'ਚ ਹੱਥ ਪਾਇਆ, ਰੀਚਡ ਇਨਟੂ ਹਿਸ ਬੈਗ, ਫਰੋਲਿਆ ਐਂਡ ਬ੍ਰੌਟ ਆਊਟ, ਅਤੇ ਬਾਹਰ ਕੱਢਿਆ, ਕੀ ਕੱਢਿਆ, ਅ ਹੈਂਡਫੁਲ ਆਫ ਚੋਕਲੇਟਸ, ਉਹਨੇ ਮੁੱਠੀ ਭਰ ਚੋਕਲੇਟਾਂ ਬੈਗ 'ਚੋਂ ਬਾਹਰ ਕੱਢੀਆਂ, ਅਰਥਾਤ ਉਹਨੇ ਆਪਣਾ ਬੈਗ ਫਰੋਲਿਆ। ਸੋ ਅਸੀਂ ਰੀਚ ਇਨਟੂ ਨੂੰ ਪੰਜਾਬੀ 'ਚ ਕਹਿ ਸਕਦੇ ਹਾਂ ਫਰੋਲਣਾ, ਠੀਕ ਹੈ ਨਾ। ਉਹਨੇ ਜੇਬ 'ਚ ਹੱਥ ਪਾਇਆ, ਹੱਥ ਅੰਦਰ ਇੱਧਰ ਉਂਗਲਾਂ ਪਾਈਆਂ, ਇੱਧਰ ਖਿਲਾਰੀਆਂ, ਤੇ ਇਕੱਠੀਆਂ ਕਰਕੇ ਸਾਰੀ ਭਾਨ ਜਿਹੜੀ ਸੀ ਉਸ ਮੁੰਡੇ ਨੇ ਬਾਹਰ ਕੱਢ ਲਈ, ਤੇ ਲਿਖਿਆ ਕਿ ਮੇਰੇ ਕੋਲ $2.37 ਨੇ, ਠੀਕ ਹੈ ਨਾ। ਸੋ ਰੀਚ ਇਨਟੂ ਦਾ ਮਤਲਬ ਹੈ ਰਨ ਇਨਟੂ ਔਰ ਰਨ ਅਪ ਟੂ, ਫਰੋਲ ਕੇ ਮਤਲਬ ਕਿ ਪੂਰੇ ਸਿਰੇ ਤੱਕ ਜਾਣਾ, ਉਹਦੇ ਜਿਹੜੀ ਬਾਉਂਡਰੀ ਹੈ ਪੂਰੀ ਉਹਨੂੰ ਦੇਖਣਾ, ਤੇ ਉਹ 'ਚੋਂ ਇੱਦਾਂ ਚੀਜ਼ ਉੱਥੇ ਤੱਕ ਪਹੁੰਚ ਕਰਨੀ, ਠੀਕ ਹੈ, ਉਹਨੂੰ ਕਹਿੰਦੇ ਰੀਚ ਇਨਟੂ। ਫਿਰ ਹੈਗਾ ਪੁੱਲ ਆਊਟ, ਪੁੱਲ ਮੈਨੇ ਖਿੱਚਣਾ, ਪੁੱਲ ਆਊਟ ਖਿੱਚ ਕੇ ਬਾਹਰ ਕੱਢਣਾ, ਅਰਥਾਤ ਟੇਕ ਆਊਟ ਫਰੋਮ ਅੰਡਰ ਅ ਕਵਰ, ਕੋਈ ਚੀਜ਼ ਅੰਦਰਲੀ ਜਗ੍ਹਾ ਤੇ ਕਿਤੇ ਹੈਗੀ ਹੈ, ਟੱਕੀ ਹੋਈ ਹੈ, ਤੇ ਉਹਨੂੰ ਕੱਢਣਾ, ਠੀਕ ਹੈ। ਸੋ ਦੀ ਡੈਂਟਿਸਟ, ਡੈਂਟਿਸਟ ਕੌਣ ਹੁੰਦਾ, ਦੰਦਾਂ ਦਾ ਡਾਕਟਰ। ਦੀ ਡੈਂਟਿਸਟ ਪੁੱਲਡ ਆਊਟ ਰਾਮਸ ਬੈਡ ਏਕਿੰਗ ਟੁੱਥ, ਬੈਡ ਮੈਨੇ ਖਰਾਬ ਹੋਇਆ, ਸੜਿਆ ਹੋਇਆ, ਏਕਿੰਗ ਮੈਨੇ ਦੁਖਦਾ ਹੋਇਆ, ਟੁੱਥ ਮੈਨੇ ਦੰਦ। ਦੀ ਡੈਂਟਿਸਟ ਪੁੱਲਡ ਆਊਟ ਰਾਮਸ ਬੈਡ ਏਕਿੰਗ ਟੁੱਥ, ਅਰਥਾਤ ਦੰਦਾਂ ਦੇ ਡਾਕਟਰ ਨੇ ਆਰਾਮ ਦਾ ਕੀੜਾ ਖਾਦਾ ਦਰਦ ਕਰਦਾ ਦੰਦ ਬਾਹਰ ਕੱਢਿਆ। ਪੁੱਲ ਆਊਟ, ਪੁੱਲਡ ਆਊਟ ਅੰਦਰੋਂ ਦੀ, ਮੂੰਹ ਦੇ ਅੰਦਰ ਜਿਹੜਾ ਸੀ ਚੀਜ਼ ਅੰਦਰੋਂ ਦੀ ਬਾਹਰ ਕੱਢਣੀ ਖਿੱਚ ਕੇ, ਉਹਨੇ ਪੁੱਲਡ ਆਊਟ। ਫਿਰ ਆ ਗਿਆ ਹੋਲਡ ਅਪ, ਹੋਲਡ ਅਪ ਨੇ ਕੋਈ ਚੀਜ਼ ਨੂੰ ਉੱਚੇ ਥਾਂ ਤੇ ਪੋਜੀਸ਼ਨ ਤੇ ਟਿਕਾ ਕੇ ਰੱਖਣਾ, ਟੂ ਕੀਪ ਇਨ ਪੋਜੀਸ਼ਨ ਵਿਦਆਊਟ ਫਾਲਿੰਗ, ਉਹ ਥੱਲੇ ਨਾ ਆਏ, ਉਹਨੇ ਹੱਥ ਦਾ ਉੱਤੇ ਚੱਕੇ ਨਾ, ਕਿਉਂਕਿ ਉਹ ਜਿਹੜਾ ਦੁਕਾਨਦਾਰ ਹੈ ਉਹ ਤੇ ਵੱਡਾ ਬੰਦਾ ਹੈ, ਇਹ ਬੱਚਾ ਛੋਟਾ ਹੈ, ਤੇ ਉਹਨੇ ਜੇਬ 'ਚ ਹੱਥ ਪਾ ਕੇ ਭਾਨ ਕੱਢੀ ਤੇ ਹੱਥ ਏਦਾਂ ਉੱਪਰ ਨੂੰ ਖੜਾ ਕਰ ਦਿੱਤਾ, ਮਤਲਬ ਉੱਪਰ ਹਵਾ 'ਚ ਕੀਤਾ ਵੀ ਇਹ ਦੇਖੋ ਮੇਰੇ ਕੋਲ ਇੰਨੇ ਪੈਸੇ ਹੈਗੇ ਨੇ। ਸੋ ਵਟ ਵਾਜ਼ ਹੀ ਡੂਇੰਗ, ਹੀ ਵਾਜ਼ ਹੋਲਡਿੰਗ ਅਪ ਹਿਜ਼ ਹੈਂਡ। ਸੋ ਹੋਲਡ ਅਪ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਉਤਲੇ ਤਲ ਤੇ, ਉਤਲੀ ਪੋਜੀਸ਼ਨ ਤੇ ਫੜ ਕੇ ਰੱਖਣਾ ਤੇ ਡਿੱਗਣ ਨਾ ਦੇਣਾ, ਉਹਨੂੰ ਕਹਿੰਦੇ ਹੋਲਡ ਅਪ, ਠੀਕ ਹੈ। ਹੁਣ ਇਹਦਾ ਸੈਂਟੈਂਸ ਕੀ ਬਣਾਇਆ, ਮਨਦੀਪ ਹੈਲਡ ਅਪ, ਹੋਲਡ ਦੀ ਸੈਕਿੰਡ ਫਾਰਮ ਹੈ ਹੈਲਡ, ਹੈਲਡ ਅਪ, ਮਨਦੀਪ ਹੈਲਡ ਅਪ ਐਨ ਅੰਬਰੇਲਾ ਓਵਰ ਹਿਜ਼ ਮਦਰ, ਅਰਥਾਤ ਮਨਦੀਪ ਨੇ ਇੱਕ ਛਤਰੀ ਆਪਣੀ ਮਾਂ ਦੇ ਉੱਪਰ ਫੜ ਕੇ ਰੱਖੀ, ਐਜ਼ ਸ਼ੀ ਵਰਕਡ ਇਨ ਦਾ ਸਨ, ਜਦੋਂ ਉਹਦੀ ਮਾਂ ਧੁੱਪ ਵਿੱਚ ਕੰਮ ਕਰ ਰਹੀ ਸੀ, ਆਪਣੀ ਮਾਂ ਦੇ ਧੁੱਪ ਵਿੱਚ ਕੰਮ ਕਰਦੇ ਦੇ ਉੱਪਰ ਮਨਦੀਪ ਨੇ ਛਤਰੀ ਫੜ ਕੇ ਰੱਖੀ, ਅਰਥਾਤ ਆਪਣੀ ਮਾਂ ਨੂੰ ਉਹਨੇ ਛਾਂ ਕੀਤੀ। ਉਹਦੀ ਮਾਂ ਜਿੱਦਾਂ ਮੰਨ ਲਓ ਕੋਈ ਕਣਕ ਖਿਲਾਰਦੀ ਪਈ ਹੈ ਜਾਂ ਕੋਈ ਝਾੜੂ ਪੋਚਾ ਲਾਉਂਦੀ ਪਈ ਹੈ ਜਾਂ ਕੁਛ ਬਾਹਰ ਬੜੀ ਧੁੱਪੇ ਕੰਮ ਹੋ ਰਿਹਾ, ਤੇ ਆਪਣੀ ਮਾਂ ਨੂੰ ਛਾਂ ਦੇਣ ਲਈ ਮਨਦੀਪ ਨੇ ਕੀ ਕੀਤਾ, ਆਪਣੀ ਮਾਂ ਦੇ ਉੱਤੇ ਛਤਰੀ ਫੜ ਕੇ ਰੱਖੀ, ਉੱਥੇ ਉਸ ਪੋਜੀਸ਼ਨ 'ਚ ਰੱਖੀ। ਸੋ ਮਨਦੀਪ ਹੈਲਡ ਅਪ ਐਨ ਅੰਬਰੇਲਾ ਓਵਰ ਹਿਜ਼ ਮਦਰ ਐਜ਼ ਸ਼ੀ ਵਰਕਡ ਇਨ ਦੀ ਸਨ, ਇਨ ਦੀ ਸਨ ਦਾ ਮਤਲਬ ਧੁੱਪ ਵਿੱਚ। ਲੈਟ ਆਊਟ, ਲੈਟ ਆਊਟ ਦਾ ਮਤਲਬ ਕੀ ਹੈ ਕਿ ਐਕਸਪ੍ਰੈਸ ਆਡੀਬਲੀ, ਆਡੀਬਲੀ ਮੈਨੇ ਜੋ ਸੁਣਨ ਚ ਆਵੇ, ਐਕਸਪ੍ਰੈਸ ਮੈਨੇ ਪ੍ਰਗਟ ਕਰਨਾ, ਅਰਥਾਤ ਇਸ ਢੰਗ ਨਾਲ ਕੋਈ ਚੀਜ਼ ਪ੍ਰਗਟ ਕਰਨੀ ਕਿ ਉਹਦੀ ਆਵਾਜ਼ ਆਵੇ ਤੇ ਕੰਨਾਂ 'ਚ ਪਵੇ, ਜਾਂ ਮੇਕ ਸਾਊਂਡਸ, ਆਵਾਜ਼ ਕੱਢਣੀ, ਠੀਕ ਹੈ ਨਾ। ਸੋ ਹੀ ਲੈਟ ਆਊਟ ਅ ਸਾਈ, ਸਾਈ ਮੈਨੇ ਸਾਹ, ਹੌਂਕਾ, ਹੀ ਲੈਟ ਆਊਟ ਅ ਸਾਈ ਆਫ ਸੈਟਿਸਫੈਕਸ਼ਨ, ਤਸੱਲੀ ਦਾ ਸਾਹ ਉਹਨੇ ਬਾਹਰ ਛੱਡਿਆ, ਔਨ ਸੀਇੰਗ ਦੀ ਕ੍ਰੌਪ,
अपनी फसल देख के, फसल लै लहांदी देख के उन्हें किसान ने मतलब किसान ने लिखा ही अंडरस्टूड कि किसान की गल करते पे हाँ, ही लेट आउट अ साई ऑफ सैटिस्फैक्शन ऑन सीइंग दी क्रॉप, अर्थात उन्हें अपनी फसल देख के एक तसल्ली का साह बाहर छड्डिया, इदां कीता भी ਉਹਨੂੰ तसल्ली हुई भी जिद्दां मैं लोचदा सी, जिद्दां मैं सोचा सी उद्दां मेरी फसल ਜਿਹੜੀ है ਵਧੀ ਫੁੱਲੀ है ਤੇ ਹੁਣ ਇਹਨੂੰ ਵੱਢ ਕੇ ਮੈਂ ਜਿਹੜੇ ਮੰਡੀ 'ਚ ਵੇਚਾਂਗਾ ਤੇ ਮੈਨੂੰ ਕਮਾਈ ਹੋਏਗੀ। ਸੋ ਸੈਟਿਸਫੈਕਸ਼ਨ, ਉਹਨੂੰ ਤਸੱਲੀ ਦੇ ਨਾਲ। ਸੋ ਲੈਟ ਆਊਟ ਵੀ ਆਪਣੇ ਮੂੰਹ ਚੋਂ ਅਸੀਂ ਲੈਟ ਆਊਟ ਅ ਸਾਈ ਵੀ ਕਹਿ ਸਕਦੇ ਹਾਂ, ਲੈਟ ਆਊਟ ਅ ਕਰਾਈ ਵੀ ਕਹਿ ਸਕਦੇ ਹਾਂ, ਲੈਟ ਆਊਟ ਅ ਗਰੋਨ ਵੀ ਕਹਿ ਸਕਦੇ ਹਾਂ, ਗਰੋਨ ਕਰਾਇਆ ਮਤਲਬ ਕਿ ਪੇਨ, ਲੈਟ ਆਊਟ ਅ ਪੇਨਫੁਲ ਕਰਾਈ, ਦਰਦ ਭਰੀ ਚੀਕ ਉਹਨੇ ਬਾਹਰ ਕੱਢੀ। ਸੋ ਲੈਟ ਆਊਟ ਦਾ ਮਤਲਬ ਹੁੰਦਾ ਐਕਸਪ੍ਰੈਸ ਆਡੀਬਲੀ ਮੇਕ ਸਾਊਂਡਸ, ਠੀਕ ਹੈ। ਸੋ ਮੇਕ ਵੇ, ਇਹ ਬੱਚੋ ਕਈਆਂ ਦੇ ਮਤਲਬ ਹੋਰ ਵੀ ਹੁੰਦੇ ਨੇ, ਪਰ ਮੈਂ ਸਿਰਫ ਉਹੀ ਮਤਲਬ ਦੱਸ ਰਿਹਾ ਜਿਹੜੇ ਕਿ ਲੈਸਨ ਵਿੱਚ ਵਰਤੇ ਗਏ ਨੇ, ਠੀਕ ਹੈ ਨਾ, ਜਿਹੜੇ ਸੰਦਰਭ ਲੈਸਨ ਦਾ ਕੰਟੈਕਸਟ ਹੈ ਉਹੀ ਗੱਲ ਕਰ ਰਹੇ ਹਾਂ। ਸੋ ਮੇਕ ਵੇ ਦਾ ਮਤਲਬ ਹੁੰਦਾ, ਹੁਣ ਜਿੱਦਾਂ ਮੈਨੂੰ ਮੇਕ ਵੇ ਤੋਂ ਯਾਦ ਆ ਰਿਹਾ ਹੈ, ਮੇਕ ਵੇ ਦਾ ਮਤਲਬ ਹੁੰਦਾ ਰਾਹ ਛੱਡਣਾ। ਜਿੱਦਾਂ ਮੈਂ ਕਹਾਂ ਮੇਕ ਵੇ ਫॉर ਦੀ ਐਂਬੂਲੈਂਸ, ਅਰਥਾਤ ਐਂਬੂਲੈਂਸ ਲਈ ਰਾਹ ਬਣਾਓ, ਐਂਬੂਲੈਂਸ ਨੂੰ ਲੰਘ ਲੈਣ ਦਿਓ, ਤਾਂ ਵੀ ਅਸੀਂ ਵਰਤਦੇ ਹਾਂ ਮੇਕ ਵੇ। ਪਰ ਇੱਥੇ ਜੋ ਲੈਸਨ ਵਿੱਚ ਮੇਕ ਵੇ ਦਾ ਮਤਲਬ ਹੈਗਾ ਟੂ ਮੇਕ ਪ੍ਰੋਗਰੈਸ, ਅੱਗੇ ਨੂੰ ਜਾਣਾ, ਅੱਗੇ ਵਧਣਾ, ਠੀਕ ਹੈ। ਸੋ ਔਨ ਸੀਇੰਗ ਹਿਜ਼ ਓਲਡ ਫਰੈਂਡ, ਆਪਣੇ ਪੁਰਾਣੇ ਮਿੱਤਰ ਨੂੰ ਵੇਖ ਕੇ, ਹੀ ਗੋਟ ਅਪ, ਉਹ ਖੜਾ ਹੋਇਆ, ਕੁਰਸੀ ਤੇ ਬੈਠਾ ਸੀ, ਐਂਡ ਹਰੀਡਲੀ ਬਣੇ ਕਾਹਲੀ ਦੇ ਨਾਲ, ਮੇਡ ਵੇ ਟੂ ਦੀ ਗੇਟ, ਅਰਥਾਤ ਫਿਰ ਗੇਟ ਵੱਲ ਤੇਜ਼ੀ ਨਾਲ ਵਧਿਆ, ਗੇਟ ਵੱਲ ਪ੍ਰੋਗਰੈਸ ਕੀਤੀ, ਅਰਥਾਤ ਆਪਣੀ ਪੋਜੀਸ਼ਨ ਜਿਹੜੀ ਸੀ ਉਹ ਆਪਣਾ ਜਿੱਥੇ ਬੈਠਾ ਸੀ ਉੱਥੋਂ ਦੀ ਉਹ ਗੇਟ ਵੱਲ ਚਲਾ ਗਿਆ। ਸੋ ਔਨ ਸੀਇੰਗ ਹਿਜ਼ ਓਲਡ ਫਰੈਂਡ, ਆਪਣੇ ਪੁਰਾਣੇ ਮਿੱਤਰ ਨੂੰ ਦੇਖ ਕੇ, ਹੀ ਗੋਟ ਅਪ, ਉਹ ਖੜਾ ਹੋਇਆ, ਐਂਡ ਹਰੀਡਲੀ ਮੇਡ ਵੇ ਟੂ ਦੀ ਗੇਟ, ਅਤੇ ਕਾਹਲੀ ਦੇ ਨਾਲ ਗੇਟ ਵੱਲ ਵਧਿਆ, ਠੀਕ ਹੈ। ਅੱਗੇ ਚਲੀਏ। ਸਟੈਪ ਬੈਕ, ਸਟੈਪ ਮੈਨੇ ਹੁੰਦਾ ਬੱਚਿਓ ਕਦਮ, ਤੇ ਸਟੈਪ ਮੈਨੇ ਕਦਮ ਵਧਾਣੇ ਵੀ ਹੁੰਦੇ ਨੇ, ਕਦਮ ਸਟੈਪ ਬੈਕ ਦਾ ਮਤਲਬ ਕਿ ਕਦਮ ਪਿੱਛੇ ਨੂੰ ਲੈਣੇ, ਮਤਲਬ ਕਿ ਪਿੱਠ ਵਾਲੇ ਪਾਸੇ ਨੂੰ ਤੁਰਨਾ, ਪਿੱਛੇ ਨੂੰ ਤੁਰਨਾ, ਠੀਕ ਹੈ। ਸੋ ਟੂ ਟੇਕ ਅ ਸਟੈਪ ਔਰ ਸਟੈਪਸ ਬੈਕਵਰਡ, ਅਰਥਾਤ ਇੱਕ ਕਦਮ ਜਾਂ ਜ਼ਿਆਦਾ ਕਦਮ ਜਿੰਨੇ ਵੀ ਨੇ ਪਿਛਾਂਹ ਨੂੰ ਲੈਣੇ, ਮਤਲਬ ਕਿ ਪੁੱਠਾ ਤੁਰਨਾ, ਉਹਨੂੰ ਕਹਿੰਦੇ ਸਟੈਪ ਬੈਕ। ਉਹ ਕਹਿੰਦੇ ਨੇ ਹੀ ਸਟੈਪਡ ਬੈਕ ਫਰੋਮ ਦੀ ਫੈਂਸ, ਮੁੰਡਾ ਜਿਹੜਾ ਸੀਗਾ ਪਹਿਲੇ ਉਹ ਵਾੜ ਦੇ ਨਾਲ ਉਹਨੇ ਆਪਣਾ ਮੂੰਹ ਜੋੜਿਆ ਸੀਗਾ ਤੇ ਫਿਰ ਉਹ ਪਿੱਛੇ ਨੂੰ ਹੋਇਆ। ਕਾਹਦੇ ਲਈ ਪਿੱਛੇ ਹੋਇਆ ਸੀਗਾ? ਆਪਣੀ ਲੱਤ ਦੇ ਜਿਹੜੇ ਉਹ ਪੈਂਟ ਦੇ ਪਹੁੰਚਿਆਂ ਨੂੰ ਫੋਲਡ ਕਰਕੇ ਦੱਸਣਾ ਚਾਹੁੰਦਾ ਸੀ ਕਿ ਦੇਖੋ ਮੇਰੀ ਵੀ ਲੱਤਾਂ ਖਰਾਬ ਨੇ। ਸੋ ਇਹਦਾ ਮੈਂ ਸੈਂਟੈਂਸ ਬਣਾਇਆ, ਦੀ ਸੋਲਜਰ ਸਟੈਪਡ ਬੈਕ, ਫੌਜੀ ਜਿਹੜਾ ਸੀਗਾ, ਸਿਪਾਹੀ ਸੀਗਾ, ਸਟੈਪਡ ਬੈਕ, ਉਹ ਪਿੱਛੇ ਨੂੰ ਹੋਇਆ, ਸੈਲਿਊਟਡ ਦੀ ਆਫਿਸਰ, ਅਫਸਰ ਨੂੰ ਸਲੂਟ ਮਾਰਿਆ, ਡਿਡ ਅ ਟਰਨ ਅਬਾਊਟ ਮਤਲਬ ਕਿ 180 ਡਿਗਰੀ ਪਿੱਛੇ ਨੂੰ ਮੁੜਿਆ, ਜਿੱਦਾਂ ਕਰਦੇ ਨੇ ਕਹਿੰਦੇ ਪਿੱਛੇ ਮੁੜ, ਤੇ ਉਹ ਟਰਨ ਅਬਾਊਟ ਹੋਇਆ, ਐਂਡ ਮਾਰਚਡ ਆਊਟ ਆਫ ਦੀ ਟੈਂਟ, ਤੇ ਲੈਫਟ ਰਾਈਟ ਕਰਦੇ ਟੈਂਟ ਤੋਂ ਬਾਹਰ ਚਲਾ ਗਿਆ। ਸੋ ਇੱਥੇ ਬੱਚੇ ਉਹੀ ਮੈਂ ਵਰਤਿਆ, ਦੀ ਸੋਲਜਰ ਸਟੈਪ ਬੈਕ, ਮਤਲਬ ਅਫਸਰ ਨਾਲ ਗੱਲ ਕਰਦਾ ਪਿਆ ਸੀ, ਜਿਹੜੇ ਅਫਸਰ ਨੇ ਕਿਹਾ ਠੀਕ ਹੈ ਡਿਸਮਿਸ, ਹੁਣ ਤੁਸੀਂ ਜਾ ਸਕਦੇ ਹੋ, ਤੇ ਉਹਨੇ 2 ਕਦਮ ਪਿੱਛੇ ਹੋਇਆ, ਸਲੂਟ ਮਾਰਿਆ, ਪਿੱਛੇ ਮੁੜ ਕੀਤਾ, ਟਰਨ ਅਰਾਊਂਡ ਕੀਤਾ, ਤੇ ਮਾਰਚਡ ਆਊਟ ਆਫ ਦੀ ਟੈਂਟ, ਤੇ ਟੈਂਟ ਤੋਂ ਬਾਹਰ ਚਲਾ ਗਿਆ। ਸੋ ਸਟੈਪ ਬੈਕ ਹੁੰਦਾ ਹੈ ਪੁੱਠਾ ਤੁਰਨਾ, ਪਿੱਛੇ ਨੂੰ, ਠੀਕ ਹੈ। ਕੈਚਅਪ, ਹੁਣ ਕੈਚਅਪ ਦਾ ਮਤਲਬ ਹੈ ਟੂ ਰੀਚ ਅ ਪੁਆਇੰਟ ਵਿਦਆਊਟ ਆਫਟਰ ਅ ਡਿਲੇ, ਕੁਛ ਦੇਰੀ ਮਗਰੋਂ, ਮਤਲਬ ਪਿੱਛੇ ਰਹਿ ਜਾਣਾ, ਬੰਦਾ ਪਿੱਛੇ ਰਹਿ ਗਿਆ ਕਿਸੇ ਕੰਮ ਨੂੰ, ਤੇ ਫਿਰ ਕਾਹਲੀ ਦੇ ਨਾਲ ਜਿਹੜਾ ਉਹਦਾ ਦੂਜਾ ਉਹ ਜਿੱਥੇ ਪਹੁੰਚਣਾ ਚਾਹੀਦਾ ਸੀ ਉੱਥੇ ਫਿਰ ਉਹਦੇ ਨਾਲ ਰਲਣਾ, ਜਿੱਦਾਂ ਪਿੱਛੇ ਰਹਿ ਗਿਆ ਆਪਣੇ ਸਾਥੀਆਂ ਤੋਂ, ਤੇ ਕਾਹਲੀ ਨਾਲ ਦੌੜ ਕੇ ਉਹਨਾਂ ਨਾਲ ਰਲਣਾ। ਸੋ ਮੈਂ ਬੱਚਿਓ ਇੱਥੇ 2 ਸੈਂਟੈਂਸ ਬਣਾਏ ਨੇ ਇਸ ਗੱਲ ਨੂੰ ਸਮਝਣ ਲਈ। ਹੀ ਰੈਨ, ਉਹ ਭੱਜਿਆ, ਕਾਹਦੇ ਲਈ? ਟੂ ਕੈਚ ਅਪ ਵਿਦ ਹਿਜ਼ ਟੀਮ ਮੈਂਬਰਸ, ਆਪਣੇ ਟੀਮ ਦੇ ਮੈਂਬਰਾਂ ਨਾਲ ਰਲਣ ਲਈ। ਮਤਲਬ ਮੰਨ ਲਓ 10-11 ਬੰਦੇ ਨੇ, ਉਹ ਅੱਗੇ ਨਿਕਲ ਗਏ, ਹੌਲੀ ਹੌਲੀ ਜਾ ਰਹੇ ਨੇ, ਤੇ ਪਿੱਛੇ ਰੁਕ ਗਿਆ ਕਿਸੇ ਕੰਮ ਨੂੰ, ਤੇ ਫਿਰ ਕਿਹਾ ਹੁਣ ਉਹਨੇ ਉਹਨਾਂ ਨਾਲ ਰਲਣਾ ਹੈ, ਤੇ ਉਹ ਰਲਣ ਦਾ ਮਤਲਬ ਕੀ ਹੈਗਾ? ਕੈਚਅਪ, ਠੀਕ ਹੈ। ਤੇ ਕਿੱਦਾਂ ਰਲਿਆ? ਉਹ ਫਿਰ ਦੌੜ ਕੇ ਗਿਆ, ਹੁਣ ਟੀਮ ਮੈਂਬਰ ਤੇ ਤੁਰਦੇ ਤੁਰਦੇ ਅੱਗੇ ਪਹੁੰਚ ਗਏ। ਸੋ ਹੀ ਰੈਨ, ਉਹ ਭੱਜਿਆ, ਟੂ ਕੈਚ ਅਪ ਵਿਦ, ਟੂ ਕੈਚ ਅਪ ਰਲਣ ਲਈ, ਕਿਹਦੇ ਨਾਲ? ਵਿਦ ਹਿਜ਼ ਟੀਮ ਮੈਂਬਰਸ, ਆਪਣੇ ਟੀਮ ਮੈਂਬਰਾਂ ਨਾਲ ਰਲਣ ਲਈ ਉਹ ਅੱਗੇ ਵਧਿਆ। ਬੱਚੇ ਬੜੇ ਹੀ ਮਹੱਤਵਪੂਰਨ ਮੁਹਾਵਰੇ ਨੇ, ਇਹਨਾਂ ਨੂੰ ਰੱਟਾ ਲਾ ਲਓ, ਤੇ ਆਮ ਲਿਖਤੀ ਅੰਗਰੇਜ਼ੀ ਵਿੱਚ, ਬੋਲਣ ਵਿੱਚ
ਤੇ ਪੜ੍ਹਨ ਵਿੱਚ ਆਮ ਵਰਤੇ ਜਾਂਦੇ ਨੇ। ਠੀਕ ਹੈ, ਹੁਣ ਇੱਕ ਹੋਰ ਇਹਦਾ ਸੈਂਟੈਂਸ ਬਣਾਤਾ ਹੈ, ਯੂ ਵਿਲ ਹੈਵ ਟੂ ਸਟੱਡੀ ਐਕਸਟਰਾ ਆਵਰਸ, ਅਰਥਾਤ ਤੈਨੂੰ ਹੁਣ ਵਾਧੂ ਦੇ ਘੰਟੇ ਪੜ੍ਹਨੇ ਪੈਣਗੇ ਟੂ ਕੈਚ ਅਪ, ਰਲਣ ਲਈ। ਮੰਨ ਲਓ ਕੋਈ ਵਿਦਿਆਰਥੀ ਛੁੱਟੀ 'ਤੇ ਚਲਾ ਗਿਆ, ਜਾਂ ਉਹਨੇ ਪੜ੍ਹਾਈ ਦਾ ਨਾ ਨਹੀਂ ਕੀਤੀ, ਜਾਂ ਬਿਮਾਰ ਹੋ ਗਿਆ, ਜਾਂ ਕਿਤੇ ਹੋਰ ਘਰ ਦੇ ਕਿਸੇ ਫੰਕਸ਼ਨ ਵਿੱਚ ਉਹਨੇ ਟਾਈਮ ਖਰਾਬ ਕਰ ਲਿਆ, ਤੇ ਬਾਕੀ ਸਾਥੀ ਪੜ੍ਹਾਈ ਵਿੱਚ ਅੱਗੇ ਨਿਕਲ ਗਏ ਚੈਪਟਰ 'ਚ। ਠੀਕ ਹੈ, ਉਹਨਾਂ ਨੇ ਜ਼ਿਆਦਾ ਚੈਪਟਰ ਕਰ ਲਏ, ਜ਼ਿਆਦਾ ਸਵਾਲ ਕਰ ਲਏ, ਤੇ ਫਿਰ ਟੀਚਰ ਕੀ ਕਹੇਗਾ ਕਿ ਯੂ ਵਿਲ ਹੈਵ ਟੂ ਸਟੱਡੀ ਐਕਸਟਰਾ ਆਵਰਸ ਟੂ ਕੈਚ ਅਪ। ਤੇ ਬਾਕੀ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਨਾਲ ਰਲਣ ਲਈ, ਹੁਣ ਉਹਨਾਂ ਦੀ ਪੱਧਰ ਤੇ ਆਉਣ ਲਈ ਤੈਨੂੰ ਕੀ ਕਰਨਾ ਪਏਗਾ, ਹੁਣ ਐਕਸਟਰਾ ਪੜ੍ਹਾਈ ਕਰਨੀ ਪਏਗੀ। ਅਰਥਾਤ ਜਿਹੜਾ ਸਮਾਂ ਤੂੰ ਗਵਾ ਲਿਆ ਉਹ ਤੈਨੂੰ ਹੁਣ ਵਾਧੂ ਘੰਟੇ ਪੜ੍ਹ ਕੇ ਉਹ ਪੂਰਾ ਕਰਨਾ ਪਏਗਾ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੇ 11 ਫਰੇਜ਼ਲ ਵਰਬਸ ਜਾਂ ਪ੍ਰੈਪੋਜੀਸ਼ਨਲ ਫਰੇਜ਼ਿਸ ਬੜੇ ਹੀ ਇੰਪੋਰਟੈਂਟ ਔਰ ਬੜੇ ਹੀ ਨੌਲੇਜ ਵਾਲੇ, ਗਿਆਨ ਵਧਾਉਣ ਵਾਲੇ, ਅੰਗਰੇਜ਼ੀ ਦੀ ਜਿਹੜੀ ਹੈਗੀ ਹੈ ਮੁਹਾਰਤ ਹਾਸਲ ਕਰਨ ਲਈ ਬੜੇ ਹੀ ਮਹੱਤਵਪੂਰਨ ਨੇ। ਇੱਦਾਂ ਦੇ ਢੇਰ ਸਾਰੇ ਨੇ, ਬਹੁਤ ਸਾਰੇ ਨੇ। ਸੋ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਇੱਕ ਵੀਡੀਓ ਦਿਮਾਗ 'ਚ ਹੈ। ਜਦੋਂ ਆਪਣਾ ਸਿਲੇਬਸ ਦਾ ਕੰਮ ਪੂਰਾ ਹੋ ਜਾਏਗਾ ਫਿਰ ਉਹਲਾ ਕੰਮ ਵੀ ਅਸੀਂ ਜ਼ਰੂਰ ਕਰਾਂਗੇ, ਤੇ ਇਹਨਾਂ ਦੇ ਬਹੁਤ ਸਾਰੇ ਮੁਹਾਵਰਿਆਂ ਦੀ ਲਿਸਟ ਬਣਾ ਕੇ ਨਾਲ ਉਹਨਾਂ ਦੇ ਅਰਥ ਤੇ ਨਾਲ ਜਿਹੜੇ ਐਗਜ਼ਾਮਪਲ ਦੇ ਕੇ ਸੈਂਟੈਂਸਿਸ ਦੇ ਤੁਹਾਡੇ ਲਈ ਲਿਆਉਣ ਦਾ ਯਤਨ ਕਰਾਂਗੇ। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਨਿਰੰਤਰਤਾ ਦੇ ਨਾਲ, ਉਤਸ਼ਾਹ ਦੇ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ। ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।